सत श्री अकाल। मैं परमजीत कौर सैनी ते मेरे नाल सीनियर पत्रकार सोन सिंह टैना जी एक बार फिर तुहाडे रूबरू हो चुके हैं। प्रोग्राम खबरां दे आर पार लैके देश दुनिया दी ताज़ा तरीन खबरां दे बाबत विचार चर्चा करन दे लई असीं रोजाना तुहाडे रूबरू हुंदे हां। प्रोग्राम खबरां दे आर पार दे जरिए इस प्रोग्राम दे विच असीं ताज़ा तरीन खबरां नूं अपने प्रोग्राम दा हिस्सा बनाने हां। सीनियर पत्रकार दे नाल उन्हां दे बाबत विचार चर्चा करदे हां, अपने दर्शकां दी राय कमेंट बॉक्स विच लैणे ते कुछ चुनिंदा राय नूं अपने प्रोग्राम दा हिस्सा बना के उस ते भी चर्चा करदे हां। सो जुड़े रहो साडे नाल कमेंट बॉक्स दे राहीं। शुरुआत कर लैंदे हां प्रोग्राम दी। सब तो पहला स्वागत है टैना साहब। बहुत ਮਿਹਰਬਾਨੀ ਜੀ ਤੁਹਾਡਾ ਧੰਨਵਾਦ जी ਤੇ ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਵੀ ਤੇ ਸਤਿ ਸ਼੍ਰੀ ਅਕਾਲ ਵੀ जी बिल्कुल विचार चर्चा शुरू करते हैं। टैना साहब, किसानी अंदोलन किसानी संघर्ष ते जो खेती कानूनां नूं लैके रेड़का बरकरार है, लगातार मसले दे विच खड़ोत आई हुई है। मंत्रियों का कहना कि गलबात जारी है, किसान आगूआं दा कहना कि कोई गलबात दे लई अगे नहीं आ रहा। इसी विच जो हुण दी अपडेट सामने आ रही है कि जो 26 जनवरी नूं जो कुछ लाल किले ते होया, जिस दे चलदे दीप सिद्धू नूं ते इकबाल सिंह होरां नूं गिरफ्तार भी किया गया होया है। हुण जो खबर सामने आई है कि उन्हां नूं दोबारा तो लाल किले ते लैके जाया जाएगा, दोबारा तो 26 जनवरी वाली घटना नूं रीक्रिएट किया जाएगा। किंज वेखदे हो? ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਕਿਸਾਨ ਅੰਦੋਲਨ ਸਿਖਰ ਦੇ ਉੱਤੇ ਆ। ਕਿਸਾਨ ਅੰਦੋਲਨ ਨੂੰ ਕੋਈ ਸੱਟ ਨਹੀਂ ਵੱਜੀਗੀ। ਇੱਕ ਵਾਰ ਡਾਵਾਂਡੋਲ ਜਾ ਹੋਇਆ ਜਾਪਦਾ ਸੀ, ਪਰ ਬਾਅਦ ਦੇ ਵਿੱਚ 29 ਤਰੀਕ ਤੋਂ ਜਿਹੜਾ ਇਹ ਕਿਸਾਨ ਅੰਦੋਲਨ ਆ ਇੱਕ ਵਾਰ ਫਿਰ ਪੈਰਾਂ ਸਿਰ ਹੋਇਆ ਤੇ ਇਸ ਵੇਲੇ ਸਿਖਰ ਦੇ ਉੱਤੇ ਆ। ਦੂਜੀ ਗੱਲ ਇਹ ਆ ਵੀ ਜਿਹੜੀ ਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਈ ਮੈਂਬਰਾਂ ਨੇ ਵੀ ਕਹੀ ਹੈ ਤੇ ਬਾਹਰ ਵੀ ਬਹੁਤ ਸਾਰੇ ਲੋਕ ਕਹਿੰਦੇ ਆ, ਜਿਹੜਾ ਇਹ ਗੱਲ ਕਹੀ ਜਾਂਦੀ ਨਾ ਕਿ ਲਾਲ ਕਿਲੇ ਦੇ ਉੱਤੇ ਤਿਰੰਗੇ ਦਾ ਅਪਮਾਨ ਕੀਤਾ, ਇਹ ਗੱਲ ਕੋਰੀ ਗਲਤ ਆ। ਲਾਲ ਕਿਲੇ ਤੇ ਤਿਰੰਗੇ ਦਾ ਬਿਲਕੁਲ ਨਹੀਂ ਅਪਮਾਨ ਕੀਤਾ, ਕਿਉਂਕਿ ਤਿਰੰਗੇ ਨੂੰ ਕਿਸੇ ਨੇ ਲਾਇਆ ਨਹੀਂ, ਤਿਰੰਗੇ ਨੂੰ ਕਿਸੇ ਨੇ ਛੇੜਿਆ ਨਹੀਂ, ਤਿਰੰਗੇ ਨੂੰ ਲਾ ਕੇ ਕਿਸੇ ਨੇ ਬਰਾਬਰ ਕੋਈ ਝੰਡਾ ਲਾਇਆ ਨਹੀਂ ਜਾਂ ਤਿਰੰਗੇ ਦੇ ਬਰਾਬਰ ਕੋਈ ਝੰਡਾ ਲਾਇਆ ਨਹੀਂ। ਦੂਜੀ ਗੱਲ ਇਹ ਆ ਵੀ ਜਿਹੜਾ ਕਹਿੰਦੇ ਫਿਰ ਪ੍ਰਚਾਰ ਕੀਤਾ ਗਿਆ ਸੀ ਕਿ ਤਾਂ ਖਾਲਿਸਤਾਨ ਦਾ ਝੰਡਾ ਲਾਤਾ, ਇਹ ਕੋਈ ਖਾਲਿਸਤਾਨ ਦਾ ਝੰਡਾ ਨਹੀਂ ਸੀਗਾ, ਇਹ ਨਿਸ਼ਾਨ ਸਾਹਿਬ ਲਾਇਆ ਗਿਆ। ਇਹਨੂੰ ਹੁਣ ਕਈ ਲੋਕ ਗੱਲ ਕਹਿੰਦੇ ਆ ਵੀ ਇਹ ਵੀ ਨਹੀਂ ਲਾਉਣਾ ਚਾਹੀਦਾ ਸੀ, ਕਈਆਂ ਦਾ ਇਹ ਕਹਿਣਾ ਕਿ ਇਹ ਲਾ ਦੇਣਾ ਚਾਹੀਦਾ ਸੀ। ਸਭ ਦੇ ਆਪੋ ਆਪਣੇ ਵਿਚਾਰ ਆ, ਪਰ ਗੱਲ ਇਹ ਆ ਵੀ ਮੀਡੀਆ ਦੇ ਵੱਲੋਂ, ਗੋਦੀ ਮੀਡੀਆ ਦੇ ਵੱਲੋਂ ਤੇ ਸਰਕਾਰ ਦੇ ਵੱਲੋਂ ਇਸ ਗੱਲ ਨੂੰ ਬਹੁਤ ਘੁਮਾ ਕੇ ਪੇਸ਼ ਕੀਤਾ ਗਿਆ ਤਾਂ ਜੋ ਲੋਕਾਂ ਦੇ ਮਨਾਂ ਦੇ ਅੰਦਰ ਕਿਸਾਨ ਅੰਦੋਲਨ ਦੇ ਪ੍ਰਤੀ ਨਫ਼ਰਤ ਪੈਦਾ ਹੋਵੇ। ਇਹ ਜੀ ਉਹਨਾਂ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਅਸੀਂ ਧਰਮ ਦਾ ਮੁੱਦਾ ਬਣਾ ਦਈਏ, ਇਹ ਅਸੀਂ ਇੱਕ ਹਿੰਸਕ ਮੁੱਦਾ ਬਣਾ ਦਈਏ, ਪਰ ਉਹਦੇ ਤੋਂ ਬਚਾਅ ਹੋ ਗਿਆ। ਜੋ ਕੁਝ ਹੋਣਾ ਸੀ ਉਹ ਬੀਤ ਗਿਆ, ਹੁਣ ਬੀਤੇ ਦੀ ਵਾਰ-ਵਾਰ ਬਾਤ ਪਾਉਣ ਦਾ ਕੋਈ ਤੁਕ ਨਹੀਂ ਬਣਦੀ। ਪਰ ਅਗਲੀ ਗੱਲ ਇਹ ਹੈ ਵੀ ਜਦੋਂ ਕਿਤੇ ਕੋਈ ਘਟਨਾ ਵਾਪਰਦੀ ਹੈ ਨਾ, ਉਹ ਸੀਨ ਰੀਕ੍ਰੀਏਟ ਕੀਤਾ ਜਾਂਦਾ ਵੀ ਮੰਨ ਲਓ ਇੱਥੇ ਕੁਝ ਵਾਪਰਿਆ ਹੋਵੇ, ਬਾਅਦ ਦੇ ਵਿੱਚ ਪੁਲਿਸ ਆ ਜਿਹੜੀ ਕ੍ਰਾਈਮ ਬ੍ਰਾਂਚ ਆ ਜਿਹੜੀ ਉਹ ਸੀਨ ਰੀਕ੍ਰੀਏਟ ਕਰਕੇ ਵੇਖਦੀ ਹੈ। ਹੁਣ ਉਹਨੂੰ ਆਪਾਂ ਕਹਿ ਦਈਏ ਵੀ ਇੱਕ ਫਾਰਮੈਲਿਟੀ ਦਾ ਹਿੱਸਾ ਹੁੰਦਾ ਜਾਂ ਕਹਿ ਦਈਏ ਵੀ ਇਹਦੇ ਵਿੱਚੋਂ ਕੁਝ ਲੱਭ ਵੀ ਸਕਦਾ। ਜਦੋਂ ਵੀਡੀਓ ਸਭ ਦੇ ਸਾਹਮਣੇ ਹੈਗੀਆਂ ਤੇ ਰੀਕ੍ਰੀਏਟ ਦੀ ਕੋਈ ਵੈਸੇ ਤਾਂ ਤੁਕ ਬਣਦੀ ਨਹੀਂ। ਹੁਣ ਜੇ ਇਹ ਗੱਲ ਕਹੀ ਜਾਵੇ ਜੀ ਕਿ ਅਸੀਂ ਹੁਣ ਵੀਡੀਓ ਦੀ ਪੜਤਾਲ ਕਰਾਵਾਂਗੇ, ਇਹ ਤਾਂ ਫਿਰ ਵੇਲਾ ਟਪਾਉਣ ਵਾਲੀ ਗੱਲ ਆ। ਜੇ ਆਪਾਂ ਇਹ ਗੱਲ ਕਹੀਏ ਜੀ ਕਿ ਅਸੀਂ ਹੁਣ ਇਉਂ ਕਰਾਂਗੇ, ਇਹ ਤਾਂ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ। ਜੋ ਕੁਝ ਵੀ ਹੈ ਸਭ ਦੇ ਸਾਹਮਣੇ ਹੈ, ਪਰ ਇਹ ਕਹਿੰਦੇ ਜੀ ਅਸੀਂ ਰੀਕ੍ਰੀਏਟ ਕਰਾਂਗੇ ਹੁਣ ਸੀਨ ਦੀਪ ਸਿੱਧੂ ਨੂੰ ਤੇ ਇਕਬਾਲ ਸਿੰਘ ਨੂੰ, ਦੋਵਾਂ ਜਣਿਆਂ ਨੂੰ, ਕਿਉਂਕਿ ਦੀਪ ਸਿੱਧੂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਕਰਨਾਲ ਬਾਈਪਾਸ ਤੋਂ ਤੇ ਇਕਬਾਲ ਸਿੰਘ ਨੂੰ ਹੁਸ਼ਿਆਰਪੁਰ ਦੇ ਵਿੱਚੋਂ ਕੀਤਾ ਗਿਆ ਗ੍ਰਿਫਤਾਰ। ਦੋਵਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਹੈ ਜੀ ਕਿ ਸਾਡਾ ਕਿਸੇ ਵੀ ਕੋਈ ਗਲਤ ਜਥੇਬੰਦੀ ਨਾਲ ਸੰਬੰਧ ਨਹੀਂਗਾ, ਅਸੀਂ ਕਿਸੇ ਵੀ ਵਾਇਲੈਂਸ ਵਾਲੀ ਜਥੇਬੰਦੀ ਦੇ ਨਾਲ ਜੁੜੇ ਨਹੀਂ ਹੋਏ, ਪਰ ਹਾਂ ਅਸੀਂ ਜਜ਼ਬਾਤੀ ਰੌਂ ਦੇ ਵਿੱਚ ਇਹ ਸਾਰਾ ਕੁਝ ਕੀਤਾ। ਅਸੀਂ ਉੱਥੇ ਜਾ ਕੇ ਭਾਸ਼ਣ ਦਿੱਤਾ, ਅਸੀਂ ਉੱਥੇ ਬੋਲੇ ਆ, ਅਸੀਂ ਲਾਲ ਕਿਲੇ ਦੇ ਵੱਲ ਗਏ ਆ। ਸੋ ਜੇਕਰ ਤੁਸੀਂ ਕਹੋ ਜੀ ਕਿ ਅਸੀਂ ਕੋਈ ਯੋਜਨਾਬੱਧ ਤਰੀਕੇ ਨਾਲ ਗਏ ਆ ਤੇ ਇਹ ਗੱਲ ਬਿਲਕੁਲ ਗਲਤ ਹੈਗੀ ਆ। ਹੁਣ ਪਤਾ ਲੱਗਾ ਸਵੇਰ ਦੇ ਵੇਲੇ ਵੀ ਅੱਜ ਦਿੱਲੀ ਜਿਹੜੀ ਕ੍ਰਾਈਮ ਬ੍ਰਾਂਚ ਆ ਉਹ ਚਣਕਿਆਪੁਰੀ ਥਾਣੇ ਦੇ ਵਿੱਚੋਂ ਦੋਵਾਂ ਜਣਿਆਂ ਨੂੰ, ਦੀਪ ਸਿੱਧੂ ਨੂੰ ਤੇ ਇਕਬਾਲ ਸਿੰਘ ਨੂੰ, ਗੱਡੀ ਦੇ ਵਿੱਚ ਬਿਠਾ ਕੇ ਤੇ ਲਾਲ ਕਿਲੇ ਦੇ ਵੱਲ ਲੈ ਕੇ ਗਈ ਆ। ਸੋ ਉੱਥੇ ਜਾ ਕੇ ਉਹ ਕੀ ਪੁੱਛਦੇ ਆ ਵੀ ਭਾਈ ਤੁਸੀਂ ਕਿਵੇਂ ਆਏ ਸੀ, ਇਸ ਥਾਂ ਦੇ ਉੱਤੇ ਟਰੈਕਟਰ ਖੜਾ ਸੀ, ਟਰੈਕਟਰ ਦੇ ਉੱਤੇ ਖੜ ਕੇ ਤੁਸੀਂ ਭਾਸ਼ਣ ਦਿੱਤਾ ਸੀ, ਇੱਥੇ ਕੌਣ ਅੱਗੇ ਜਾ ਰਿਹਾ ਸੀ, ਤੁਸੀਂ ਕਿੱਥੇ ਜੇ ਖੜੇ ਸੀ, ਫਿਰ ਕੀ ਹੋਇਆ ਸੀ, ਤੂੰ ਕੀ ਵੇਖਿਆ ਸੀ, ਟਰੈਕਟਰ ਇਧਰ ਨੂੰ ਕਿੰਨੇ ਸੀ। ਹੁਣ ਆਹ ਗੱਲਾਂ ਹੋਣੀਆਂ। ਹੁਣ ਇਹ ਗੱਲਾਂ ਮੈਨੂੰ ਤਾਂ ਲੱਗਦਾ ਵੀ ਥੋਥੀਆਂ ਜੀਆਂ, ਮੈਨੂੰ ਤਾਂ ਲੱਗਦਾ ਨਹੀਂ ਕਿ ਸੀਨ ਰੀਕ੍ਰੀਏਟ ਕਰਨ ਦੀ ਕੋਈ ਬੜੀ ਲੋੜ ਹੈਗੀ ਆ, ਪਰ ਹਾਂ ਇੱਕ ਫਾਰਮੈਲਿਟੀ ਦਾ ਹਿੱਸਾ ਹੈਗਾ ਤੇ ਪੁਲਿਸ ਫਾਰਮੈਲਿਟੀ ਕਰਦੀ ਹੈ ਜੀ। ਬਿਲਕੁਲ। ਸੋ ਤਾਜ਼ਾ ਅਪਡੇਟ ਸਾਹਮਣੇ ਆਈ ਸੀ ਕਿ ਦੀਪ ਸਿੱਧੂ ਤੇ ਇਕਬਾਲ ਹੋਰਾਂ ਨੂੰ ਜੋ ਦਿੱਲੀ ਪੁਲਿਸ ਦੇ ਵੱਲੋਂ ਲਾਲ ਕਿਲੇ ਤੇ ਲਿਜਾਇਆ ਜਾ ਰਿਹਾ ਰੀਕ੍ਰੀਏਟ ਕਰਨ ਦੇ ਲਈ ਸੀਨ। ਸੋ ਅੱਗੇ ਕੀ ਕਾਰਵਾਈ ਹੁੰਦੀ ਇਸ ਦੀ ਹਰ ਅਪਡੇਟ ਦਿੰਦੇ ਰਵਾਂਗੇ। ਟੈਨਾ ਸਾਹਿਬ, ਲਗਾਤਾਰ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਕਿਸਾਨ ਤੇ ਕੇਂਦਰ ਦੇ ਵਿਚਕਾਰ ਅੜੀ ਬਣੀ ਹੋਈ ਹੈ। ਕਿਸਾਨ ਕਹਿੰਦੇ ਨੇ ਕਿ ਵੀ ਰੱਦ ਕਰੋ ਤਾਂ ਹੀ ਕਰਨ ਜਾਣਾ ਹੈ, ਕੇਂਦਰ ਸਰਕਾਰ ਕਹਿ ਰਹੀ ਹੈ ਕਿ ਨਹੀਂ, ਰੱਦ ਨਹੀਂ ਕਰਨੇ। ਪਰ ਇਸ ਸੰਘਰਸ਼ ਦੇ ਦੌਰਾਨ 200 ਦੇ ਕਰੀਬ ਜੋ ਕਿਸਾਨ ਸ਼ਹੀਦੀਆਂ ਪਾ ਗਏ ਨੇ। ਉਸ ਤੋਂ ਬਾਅਦ ਲਗਾਤਾਰ ਕਿਸਾਨਾਂ 'ਚ ਰੋਸ਼ ਵੀ ਹੈ ਕਿ ਪ੍ਰਧਾਨ ਮੰਤਰੀ ਰੋਂਦੇ ਵੀ ਵਿਖਾਈ ਦਿੱਤੇ ਨੇ ਹਰ ਥਾਂ ਦੇ ਉੱਪਰ, ਦੂਜਿਆਂ ਨੂੰ ਸ਼ਰਧਾਂਜਲੀ
ਦਿੰਦੇ ਹੋਏ ਵਿਖਾਈ ਦਿੱਤੇ ਨੇ, ਪਰ ਕਿਸਾਨਾਂ ਦੇ ਵੱਲੋਂ ਸ਼ਰਧਾਂਜਲੀ ਨਹੀਂ ਦਿੱਤੀ ਗਈ। ਤੇ ਹੁਣ ਜੋ ਮੰਤਰੀ ਤੋਮਰ ਸਾਹਿਬ ਦਾ ਬਿਆਨ ਸਾਹਮਣੇ ਆਇਆ ਹੈ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੰਨੇ ਕਿਸਾਨ ਇਸ ਸੰਘਰਸ਼ ਦੇ ਕਰਦੇ ਚੱਲਦਿਆਂ ਹੋਇਆ ਚੜ੍ਹਾਈ ਕਰ ਚੁੱਕੇ ਨੇ। ਦੇਖੋ, ਜੇਕਰ ਤੋਮਰ ਸਾਹਿਬ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਤਾਂ ਜਦੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਨਾ, ਸ਼ਾਇਦ ਤੁਹਾਨੂੰ ਚੇਤੇ ਹੋਵੇ, ਇੱਕ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਸੀ ਤਿੰਨਾਂ ਮੰਤਰੀਆਂ ਨੂੰ, ਪੀਯੂਸ਼ ਗੋਇਲ ਹੋਰੀ ਵੀ ਸੀ, ਸੋਮ ਪ੍ਰਕਾਸ਼ ਹੋਰੀ ਵੀ ਸੀ, ਤੋਮਰ ਹੋਰੀ ਵੀ ਸੀਗੇ। ਤਿੰਨਾਂ ਨੂੰ ਇਹ ਗੱਲ ਕਹੀ ਸੀ ਕਿ ਅਸੀਂ ਗੱਲਬਾਤ ਫੇਰ ਸ਼ੁਰੂ ਕਰਨੀ ਆ, ਪਹਿਲਾਂ ਸਾਡੇ ਵਿਛੜੇ ਹੋਏ ਕਿਸਾਨ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨੀ ਆ। ਕਿਸਾਨ ਇਹ ਗੱਲ ਕਹਿ ਕੇ ਖੜੇ ਹੋ ਗਏ ਤੇ ਮਜਬੂਰੀ ਦੇ ਵਿੱਚ ਤਿੰਨਾਂ ਮੰਤਰੀਆਂ ਨੂੰ ਤੇ ਬਾਕੀ ਅਧਿਕਾਰੀਆਂ ਨੂੰ ਵੀ ਖੜੇ ਹੋ ਕੇ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਨੀ ਪਈ। ਕੀ ਉਸ ਦਿਨ ਪਤਾ ਨਹੀਂ ਲੱਗਿਆ ਵੀ ਅਸੀਂ ਕਿਹੜੀ ਗੱਲੋਂ ਖੜੇ ਹੋਏ ਆ? ਉਸ ਦਿਨ ਜਿੰਨੀ ਗਿਣਤੀ ਸੀ, ਹੁਣ ਉਹਦੇ ਨਾਲੋਂ 3-4 ਗੁਣਾ ਗਿਣਤੀ ਵਧੀ ਹੋਈ ਆ। ਤੇ ਜੇਕਰ ਉਦੋਂ ਗਿਣਤੀ ਸੀ ਘੱਟ ਸੀ ਭਾਵੇਂ, ਤੇ ਹੁਣ ਜਿਹੜੀ ਵੱਧ ਗਿਣਤੀ ਹੈ ਤੁਹਾਨੂੰ ਉਦੋਂ ਵੀ ਨਹੀਂ ਪਤਾ, ਜਦੋਂ ਤੁਸੀਂ ਖੜੇ ਸੀ ਉਦੋਂ ਤੁਹਾਨੂੰ ਉਦੋਂ ਵੀ ਨਹੀਂ ਪਤਾ ਸੀਗਾ, ਤੇ ਫਿਰ ਪਤਾ ਕਿਹੜੀ ਗੱਲ ਦਾ? ਤੁਹਾਨੂੰ ਇਸ ਗੱਲ ਦਾ ਤਾਂ ਪਤਾ ਵੀ ਭਾਈ ਫੰਡਿੰਗਾਂ ਦੇ ਨਾਲ ਲੰਗਰ ਚੱਲਦੇ ਆ, ਤੁਹਾਨੂੰ ਇਸ ਗੱਲ ਦਾ ਪਤਾ ਵੀ ਭਾਈ ਇਹ ਅੱਤਵਾਦੀ ਬੈਠੇ ਆ, ਤੁਹਾਨੂੰ ਇਸ ਗੱਲ ਦਾ ਪਤਾ ਵੀ ਭਾਈ ਇਹ ਤਾਂ ਪਾਕਿਸਤਾਨ ਦੇ ਵਿੱਚ ਤਾਰ ਜੁੜਦੇ ਹੈਗੇ ਆ, ਤੁਹਾਨੂੰ ਇਹ ਵੀ ਪਤਾ ਵੀ ਬਾਹਰਲੇ ਮੁਲਕ ਦੇ ਵਿੱਚ ਕੀ ਕੁਝ ਹੋਈ ਜਾਂਦਾ। ਤੁਹਾਨੂੰ ਇਹ ਨਹੀਂ ਪਤਾ ਵੀ ਆ ਜਿਹੜੇ ਦਿੱਲੀ ਦੇ ਆਲੇ ਦੁਆਲੇ 32, 33, 35 ਕਿਲੋਮੀਟਰ ਆਲੇ ਦੁਆਲੇ ਬੈਠੇ ਲੋਕ, ਇਹਨਾਂ ਦੇ ਵਿੱਚੋਂ ਕਿੰਨੇ ਮੌਤ ਦੀ ਬੁੱਕਲ 'ਚ ਚਲੇ ਗਏ। ਤੁਹਾਨੂੰ ਇਸ ਗੱਲ ਦਾ ਵੀ ਨਹੀਂ ਪਤਾ ਵੀ ਸੂਬੇ ਦੀ ਸਰਕਾਰ ਤੇ ਕੁਝ ਕੁ ਜਥੇਬੰਦੀਆਂ ਜਿਹੜੀਆਂ ਉਹ ਉਹਨਾਂ ਪੀੜਤ ਪਰਿਵਾਰਕ ਮੈਂਬਰਾਂ ਦੀ ਮਦਦ ਕਰ ਰਹੀਆਂ। ਤੁਸੀਂ ਉਹਦਾ ਤਾਂ ਟੋਲ ਪਲਾਜ਼ਿਆਂ ਦੇ ਉੱਤੇ ਆਪਣੀ ਜਿਹੜੀ ਆ ਉਹ ਬਿਠਾਈ ਆ ਸੈਨਾ, ਉਹ ਇਸ ਕਰਕੇ ਬਿਠਾਈ ਆ ਵੀ ਪਤਾ ਲੱਗੇ ਵੀ ਟਰਾਲੀਆਂ ਕਿੰਨੀਆਂ ਕੁ ਹਾਲੇ ਜਾ ਰਹੀਆਂ ਤੇ ਕਿੰਨੀਆਂ ਕੁ ਮੁੜ ਕੇ ਆ ਰਹੀਆਂ। ਪਰ ਤੁਹਾਨੂੰ ਇਹ ਨਹੀਂ ਪਤਾ ਵੀ ਕਿਸਾਨ ਕਿੰਨੇ ਸ਼ਹੀਦ ਹੋ ਗਏ ਆ, ਕਿਸਾਨ ਕਿੰਨੇ ਮੌਤ ਦੀ ਬੁੱਕਲ 'ਚ ਚਲੇ ਗਏ ਆ। ਕੱਲ ਸਵਾਲ ਕੀਤਾ ਗਿਆ ਰਾਜ ਸਭਾ ਦੇ ਵਿੱਚ ਨਰਿੰਦਰ ਸਿੰਘ ਤੋਮਰ ਹੋਰਾਂ ਨੂੰ ਕਿ ਇਹ ਦੱਸੋ ਜੀ ਕਿ ਕੀ ਹੁਣ ਤੱਕ ਸਰਕਾਰ ਨੇ ਜਿਹੜੇ ਕਿਸਾਨ ਮੌਤ ਦੀ ਬੁੱਕਲ 'ਚ ਗਏ ਬਾਰਡਰਾਂ ਤੇ ਬੈਠੇ, ਉਹਨਾਂ ਦੇ ਪਰਿਵਾਰਾਂ ਦੀ ਕੋਈ ਮਦਦ ਕੀਤੀ ਆ? ਤੇ ਕਿੰਨੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਹੁਣ ਤੱਕ ਮੌਤ ਦੀ ਬੁੱਕਲ 'ਚ ਗਏ ਆ? ਤੋਮਰ ਹੋਰਾਂ ਨੇ ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ ਹੈ ਜੀ ਕਿ ਅਸੀਂ ਕੋਈ ਮਦਦ ਨਹੀਂ ਕੀਤੀ। ਤੇ ਦੂਜੀ ਗੱਲ, ਸਾਨੂੰ ਕੋਈ ਪਤਾ ਨਹੀਂ, ਸਾਡੇ ਕੋਲੇ ਸਰਕਾਰ ਦੇ ਕੋਲੇ ਕੋਈ ਰਿਕਾਰਡ ਨਹੀਂ ਕਿ ਕਿੰਨੇ ਕਿਸਾਨਾਂ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀਆਂ ਤੋਂ ਜਾਣਕਾਰੀ ਲੈ ਲਓ, 32 ਕਿਸਾਨ ਜਥੇਬੰਦੀਆਂ ਜਿਹੜੀਆਂ, ਸੰਯੁਕਤ ਕਿਸਾਨ ਮੋਰਚਾ ਜਿਹੜਾ, ਉਹਦੇ ਕੋਲੇ ਸਾਰੀ ਜਾਣਕਾਰੀ ਹੈਗੀ ਆ। ਹੁਣ ਤਾਂ ਫੇਸਬੁੱਕ ਤੇ ਵੀ ਬੜੇ ਲੋਕਾਂ ਨੇ ਜਾਣਕਾਰੀ ਪਾਈ ਆ। ਹਰ ਰੋਜ਼ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਛਪਦੀ ਆ ਖਬਰ ਕਿ 2 ਲਾਸ਼ਾਂ ਪੰਜਾਬ 'ਚ ਆਈਆਂ, 3 ਲਾਸ਼ਾਂ ਪੰਜਾਬ ਤੇ ਹਰਿਆਣੇ 'ਚ ਆਈਆਂ, ਕਿੱਥੇ ਕਿੰਨੇ ਲੋਕਾਂ ਦੀ ਮੌਤ ਹੋਈ ਆ, ਕਿਹੜੇ ਕਾਰਨ ਕਰਕੇ ਮੌਤ ਹੋਈ ਆ। ਸੋ ਮਤਲਬ ਇਹ ਆ ਵੀ ਕਿਸਾਨੀ ਦੇ ਪ੍ਰਤੀ ਸੁਹਿਰਦ ਨਹੀਂ ਆ। ਮੈਂ ਇੱਕ ਜਾਣਕਾਰੀ ਲੈ ਕੇ ਆਇਆ, ਇਹਦੇ ਤੋਂ ਪਤਾ ਲੱਗ ਜਾਂਦਾ ਵੀ ਜਿਹੜੇ ਤਾਂ ਕਿਸਾਨ ਆ ਉਹਦੇ ਲਈ ਤਾਂ ਸਾਡੇ ਕੋਲੇ ਕੋਈ ਹੈ ਨਹੀਂਗਾ ਧਿਆਨ, ਪਰ ਹੁਣ ਤੱਕ ਕਿਸਾਨ ਅੰਦੋਲਨ ਨੂੰ ਨਾਕਾਮ ਕਰਨ ਦੇ ਲਈ, ਇਹਨੂੰ ਠੱਲ ਪਾਉਣ ਦੇ ਲਈ, ਇਹਨੂੰ ਪਿੱਛੇ ਛੱਡਣ ਦੇ ਲਈ ਤੇ ਖੇਤੀ ਕਾਨੂੰਨ ਦੇ ਬਾਬਤ ਪ੍ਰਚਾਰ ਕਰਨ ਦੇ ਲਈ 9.25 ਕਰੋੜ ਰੁਪਏ ਤੋਂ ਵੱਧ ਸਰਕਾਰ ਖਰਚ ਕਰ ਚੁੱਕੀ ਆ। ਉਹਨਾਂ ਨੇ ਆਪਣੇ ਮੂੰਹੋਂ ਇਹ ਗੱਲ ਮੰਨੀ ਆ। ਉਹ ਕਹਿੰਦੇ ਜੀ, ਤੋਮਰ ਹੋਰੀ ਕਹਿੰਦੇ ਆ ਕਿ ਹੁਣ ਤੱਕ 5 ਮਹੀਨਿਆਂ ਦੇ ਵਿੱਚ ਅਸੀਂ 7 ਕਰੋੜ ਤੇ 95 ਲੱਖ ਰੁਪਈਆ ਪ੍ਰਚਾਰ ਦੇ ਵੱਖ-ਵੱਖ ਮਾਧਿਅਮਾਂ ਦੇ ਉੱਤੇ ਖਰਚ ਕੀਤਾ ਵੀ ਖੇਤੀ ਕਾਨੂੰਨ ਬਹੁਤ ਵਧੀਆ ਹੈਗੇ ਆ। ਇਹਦੇ ਵਿੱਚ ਅਸੀਂ ਸ਼ਾਰਟ ਫਿਲਮਾਂ ਬਣਾਈਆਂ, ਇਹਦੇ ਵਿੱਚ ਅਸੀਂ ਵੱਖ-ਵੱਖ ਮੀਡੀਆ ਅਦਾਰਿਆਂ ਦੇ ਵਿੱਚ ਪ੍ਰਚਾਰ ਕੀਤਾ। ਮਤਲਬ ਇਹ ਹੈ ਵੀ ਇਸ ਵਕਤ ਇਸ ਗੱਲ ਦਾ ਪਤਾ ਵੀ ਅਸੀਂ ਖੇਤੀ ਕਾਨੂੰਨ ਦਾ ਪ੍ਰਚਾਰ ਕਿਵੇਂ ਕਰਨਾ, ਪਰ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਬਾਰੇ ਕੋਈ ਜਾਣਕਾਰੀ ਨਹੀਂ। ਉਹਨਾਂ ਕਿਸਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਜਿਨ੍ਹਾਂ ਦੇ ਨਾਲ ਹੁਣ ਤੱਕ ਅਸੀਂ 11 ਵਾਰ ਮੀਟਿੰਗਾਂ ਕੀਤੀਆਂ। ਸੋ ਇੱਥੋਂ ਪਤਾ ਲੱਗਦਾ ਜੀ ਉਹ ਕਿੰਨੀ ਕੁ ਨੇਕ ਨੀਤੀ ਵਾਲੇ ਆ। ਇੱਥੋਂ ਪਤਾ ਲੱਗਦਾ ਵੀ ਉਹ ਕਿੰਨੇ ਕੁ ਇਸ ਵਕਤ ਇਨਸਾਫ ਦੇਣਾ ਚਾਹੁੰਦੇ ਆ, ਕਿੰਨਾ ਕੁ ਖੇਤੀ ਕਾਨੂੰਨ ਰੱਦ ਕਰਨ ਦੇ ਪੱਖ ਦੇ ਵਿੱਚ। ਜੀ ਬਿਲਕੁਲ, ਟਾਣਾ ਸਾਹਿਬ ਕਹਿੰਦੇ ਵੀ ਨੇ ਕਿ ਜੇਕਰ ਕੋਈ ਸਮਝਣਾ ਚਾਹੁੰਦਾ ਹੋਵੇ ਤਾਂ ਉਹਨੂੰ ਸਮਝਾਇਆ ਜਾ ਸਕਦਾ ਹੈ, ਜੇਕਰ ਕੋਈ ਸਮਝ ਕੇ ਵੀ ਨਾ ਸਮਝ ਵਾਲੀ ਐਕਟ ਕਰੇ ਤੇ ਫਿਰ ਉੱਥੇ ਕੁਝ ਨਹੀਂ ਕੀਤਾ ਜਾ ਸਕਦਾ। ਸੋ ਅੰਨੇ ਨੂੰ ਦਿਖਾਈ ਨਹੀਂ ਦਿੰਦਾ, ਉੱਥੇ ਸਮਝਿਆ ਜਾ ਸਕਦਾ, ਪਰ ਕੋਈ ਦੇਖਦੇ ਹੋਏ ਵੀ ਅੰਨੇ ਹੋਣ ਦੀ ਜੋ ਐਕਟਿੰਗ ਕਰੇ ਉੱਤੇ ਕੁਝ ਵੀ ਨਹੀਂ ਕੀਤਾ ਜਾ ਸਕਦਾ। ਸੋ ਤੋਮਰ ਸਾਹਿਬ ਦੇ ਇਸ ਬਿਆਨ ਦੀ ਕਾਫੀ ਨਿੰਦਾ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਕਿ ਲਗਾਤਾਰ ਜੋ ਕਿਸਾਨ ਨੇ ਨਿਤ ਦਿਨ 1 ਜਾਂ 2 ਲਾਸ਼ਾਂ ਜਦੋਂ ਘਰ ਜਾਂਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਨੇ, ਪਰ ਤੋਮਰ ਸਾਹਿਬ ਦਾ ਇਹ ਬਿਆਨ ਹੈ ਨਾ ਕਿਤੇ ਮੰਦਭਾਗਾ ਹੈ। ਟਾਣਾ ਸਾਹਿਬ, ਅਸੀਂ ਸਭ ਜਾਣਦੇ ਹਾਂ ਕਿ ਚਲੋ 26 ਜਨਵਰੀ ਨੂੰ ਜੋ ਹੋਇਆ, ਉਸ ਤੋਂ ਬਾਅਦ ਇੱਕ ਜੋ ਢਾਹ ਲੱਗੀ, ਉਸ ਤੋਂ ਬਾਅਦ ਜੋ ਟਕੈਤ ਸਾਹਿਬ ਦੇ ਹੰਝੂਆਂ ਨੇ ਇਸ ਅੰਦੋਲਨ ਨੂੰ ਮੁੜ ਤੋਂ ਪੱਬਾ ਭਾਰ ਕਰ ਦਿੱਤਾ। ਉਸ ਤੋਂ ਬਾਅਦ ਲਗਾਤਾਰ ਵੇਖਣ ਚ ਆਇਆ ਕਿ ਜਿੱਥੇ ਰਾਕੇਸ਼ ਟਕੈਤ ਪਹਿਲਾਂ ਬੈਕ ਫੁੱਟ ਤੇ ਸੀ, ਇੱਕਦਮ ਫਰੰਟ ਫੁੱਟ ਤੇ ਹੋ ਗਏ। ਜਿਹੜੇ ਦੂਸਰੇ ਆਗੂ ਸੀ ਜੋ ਅੱਗੇ ਚੱਲ ਰਹੇ ਸੀ ਉਹ ਥੋੜੇ ਪਿੱਛੇ ਹੋ ਗਏ ਤੇ ਟਕੈਤ ਸਾਹਿਬ ਦੀ ਚੜਾਈ ਜ਼ਿਆਦਾ ਹੋ ਗਈ। ਤੇ ਕਿਤੇ ਨਾ ਕਿਤੇ ਇਹ ਵੀ ਲੱਗ ਰਿਹਾ ਸੀ ਕਿ ਜੋ ਮੁੱਖ ਕੇਂਦਰ ਜੋ ਪਹਿਲਾਂ ਸਿੰਘੂ ਤੇ ਕੁੰਡਲੀ ਹੁੰਦਾ ਸੀ ਉਹ ਫਿਰ ਗਾਜ਼ੀਪੁਰ ਹੋ ਗਿਆ ਟਕੈਤ ਸਾਹਿਬ ਹੋਰਾਂ ਦਾ। ਤੇ ਹੁਣ ਟਕੈਤ ਸਾਹਿਬ ਹੋਰਾਂ ਦੇ ਵੱਲੋਂ ਸਾਫ਼ ਕੀਤਾ ਗਿਆ ਸਟੇਜ ਤੋਂ ਕਿ ਉਹਨਾਂ ਦੇ ਅੰਦੋਲਨ ਦੇ ਵਿੱਚ, ਉਹਨਾਂ ਦੀ ਲੜਾਈ ਦੇ ਵਿੱਚ ਨਾ ਪੰਚ ਬਦਲੇ
ਜਾਂਦੇ ਨੇ ਨਾ ਮੰਚ ਬਦਲੇ ਜਾਂਦੇ ਨੇ। ਇਸ ਲਈ ਜੋ ਵਹਿਮ ਹੈ ਕਿ ਗਾਜੀਪੁਰ ਮੇਨ ਮੰਚ ਹੈ, ਹੁਣ ਉਹ ਸਿੰਘੂ ਹੀ ਹੈ, ਉਹਨਾਂ ਨੇ ਸਾਫ਼ ਕੀਤਾ। ਕਿੰਜ ਵੇਖਦੇ ਦੇਖੋ ਜੀ, ਗੱਲ ਤੁਹਾਡੀ ਬਿਲਕੁਲ ਸਹੀ ਹੈ। ਲੋਕਾਂ ਦੇ ਮਨ ਦੇ ਵਿੱਚ ਵੀ ਸਵਾਲ ਸੀ, ਲੋਕਾਂ ਦੇ ਮਨ ਦੇ ਵਿੱਚ ਸ਼ੱਕ ਸੀ। ਇਸ ਸ਼ੰਕਾ ਨਿਵਰਤੀ ਨੂੰ ਸਮੇਂ-ਸਮੇਂ ਦੇ ਉੱਤੇ ਕਰਨਾ ਸਮੇਂ ਦੀ ਲੋੜ ਆ, ਕਿਉਂਕਿ ਦੇਖੋ ਪਹਿਲਾਂ ਤਾਂ ਇਹ ਸ਼ੱਕ ਪੈਦਾ ਕੀਤਾ ਗਿਆ ਕਿ ਇਹ ਤਾਂ ਸਿੱਖਾਂ ਦਾ ਅੰਦੋਲਨ ਆ। ਬਾਅਦ ਦੇ ਵਿੱਚ ਸਿੰਘੂ ਵਾਲੀ ਸਟੇਜ ਦੇ ਉੱਤੇ ਹਨੂਮਾਨ ਚਾਲੀਸਾ ਵੀ ਸ਼ੁਰੂ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਉਸੇ ਰੂਪ ਦੇ ਵਿੱਚ ਉੱਤਰ ਮਿਲ ਸਕੇ ਕਿ ਇਹ ਕਿਸੇ ਧਰਮ ਦਾ ਅੰਦੋਲਨ ਨਹੀਂ। ਹੁਣ ਮੈਂ ਸੋਚਦਾ ਜੀ ਕਿ ਇਹ ਜਿਹੜੀ ਗੱਲ ਲਗਾਤਾਰ ਪ੍ਰਚਾਰੀ ਜਾ ਰਹੀ ਹੈ ਕਈ ਲੋਕਾਂ ਦੇ ਵੱਲੋਂ ਕਿ ਕਿਸਾਨ ਆਗੂਆਂ ਦੇ ਵਿੱਚ ਤਾਂ ਪਾਟੋ ਧਾੜ ਬਹੁਤ ਆ, ਇਹ ਤਾਂ ਜੀ ਖਖੜੀਆਂ ਕਰੇਲੇ ਹੋ ਗਏ ਆ, ਇਹ ਤਾਂ ਜੀ ਖਿੱਲਰ ਗਏ ਆਪਸ ਦੇ ਵਿੱਚ, ਇਹ ਤਾਂ ਜੀ ਅੱਧੇ ਕ ਕੇਂਦਰ ਦੇ ਨਾਲ ਮਿਲੇ ਹੋਏ ਆ, ਅੱਧੇ ਕ ਵਿਕੇ ਹੋਏ ਆ। ਕੋਈ ਵੀ ਬੰਦਾ ਕਿਸੇ ਬਾਰੇ ਕੁਝ ਵੀ ਕਹਿ ਦਿੰਦਾ। ਮੈਂ ਤਾਂ ਸੋਚਦਾ ਵੀ ਇਦਾਂ ਕਹਿਣ ਤੋਂ ਗੁਰੇਜ਼ ਕਰਨਾ ਚਾਹੀਦਾ, ਪਰ ਸਭ ਦੀ ਆਪਣੀ ਆਪਣੀ ਬੌਧਿਕਤਾ। ਹੁਣ ਲੱਗਦਾ ਇਹ ਸੀਗਾ ਕਈ ਲੋਕਾਂ ਨੂੰ ਵੀ ਸਿੰਘੂ ਦੀ ਥਾਂ ਦੇ ਉੱਤੇ ਗਾਜ਼ੀਪੁਰ ਦੇ ਬਾਰਡਰ ਤੇ ਇਕੱਠ ਵੱਧ ਗਿਆ ਤੇ ਗਾਜ਼ੀਪੁਰ ਬਾਰਡਰ ਨੇ ਸਾਰੇ ਕਿਸਾਨ ਅੰਦੋਲਨ ਨੂੰ ਆਪਣੇ ਹੱਥ ਦੇ ਵਿੱਚ ਲੈ ਲਿਆ ਤੇ ਰਾਕੇਸ਼ ਟਕੈਤ ਹੋ ਰਹੀ ਹੈ ਜਿਹੜੇ ਉਹ ਨਾਇਕ ਬਣ ਕੇ ਉੱਭਰੇ ਆ ਤੇ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਹੁਣ ਇਹਨਾਂ ਦੀ ਬਾਤ ਘੱਟ ਪੈਂਦੀ ਹੈ। ਪਰ ਕੱਲ ਬਹਾਦਰਗੜ੍ਹ ਦੀ ਜਿਹੜੀ ਮਹਾਪੰਚਾਇਤ ਆ ਹਰਿਆਣੇ 'ਚ ਹੋਈ, ਉਹਦੇ ਵਿੱਚ ਟਕੈਤ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਸ ਅੰਦੋਲਨ ਦੇ ਵਿੱਚ ਨਾ ਪੰਚ ਬਦਲੇ ਜਾਣਗੇ ਨਾ ਮੰਚ ਬਦਲੇ ਜਾਣਗੇ, ਸਾਡਾ ਮੁੱਖ ਦਫ਼ਤਰ ਸਿੰਘੂ ਹੀ ਰਹੇਗਾ ਤੇ ਸਿੰਘੂ ਤੋਂ ਬਾਹਰ ਨਹੀਂ ਹੈਗੇ ਅਸੀਂ। ਸੋ ਮੇਰਾ ਖਿਆਲ ਆ ਵੀ ਜੇਕਰ ਉਹ ਸੱਚੀ ਮੁੱਚੀ ਇਦਾਂ ਚਾਹੁੰਦੇ ਆ ਤਾਂ ਉਹਨਾਂ ਨੂੰ ਇਹ ਗੱਲ ਵਾਰ-ਵਾਰ ਕਹਿਣੀ ਚਾਹੀਦੀ ਹੈ, ਜਿਵੇਂ ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਕਿ ਇਹ ਹਿੰਦੂ ਤੇ ਸਿੱਖ ਦਾ ਅੰਦੋਲਨ ਨਹੀਂਗਾ, ਇਹ ਕਿਸਾਨ ਦਾ ਅੰਦੋਲਨ ਆ। ਇਸ ਗੱਲ ਦੇ ਉੱਤੇ ਵੀ ਵਾਰ-ਵਾਰ ਜ਼ੋਰ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਨਿਰਾਸ਼ਤਾ ਨਾ ਜਾਵੇ, ਲੋਕਾਂ ਦੇ ਮਨਾਂ ਵਿੱਚ ਸ਼ੱਕ ਨਾ ਪੈਦਾ ਹੋਵੇ। ਪਰ ਉਹਨਾਂ ਨੇ ਕੱਲ ਇਹ ਵੀ ਗੱਲ ਕਹੀ ਹੈ ਕਿ ਕੁਝ ਕੁ ਦਿਨ ਪਹਿਲਾਂ ਮੈਂ ਇਹ ਗੱਲ ਕਹੀ ਸੀ ਕਿ 2 ਅਕਤੂਬਰ ਤੱਕ ਇਹ ਅੰਦੋਲਨ ਚੱਲੂਗਾ, ਪਰ ਉਹ ਕਹਿੰਦੇ ਜੀ ਕਿ ਇਸ ਗੱਲ ਦੇ ਬਾਬਤ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹ ਅਣਮਿੱਥੇ ਸਮੇਂ ਤੱਕ ਚੱਲੂਗਾ। ਹੋ ਸਕਦਾ 1 ਦਿਨ ਬਾਅਦ ਕੇਂਦਰ ਦੀ ਸਰਕਾਰ ਗੱਲ ਕਰ ਲੇ, ਹੋ ਸਕਦਾ ਮਹੀਨੇ ਬਾਅਦ ਕਰੇ, ਹੋ ਸਕਦਾ ਸਾਲ ਬਾਅਦ ਕਰੇ, ਪਰ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਘਰਾਂ ਨੂੰ ਵਾਪਸ ਨਹੀਂ ਜਾਵਾਂਗੇ। ਬਿਲਕੁਲ। ਸੋ ਲਗਾਤਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਰੇੜਕਾ ਬਰਕਰਾਰ ਹੈ। ਟੈਨਾ ਸਾਹਿਬ, ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਆਖਰੀ ਸਵਾਲ, ਸਥਿਤੀ ਖੜੋਤ ਹੈ, ਕਿੰਜ ਜਾਪਦਾ ਹੈ, ਕਿੱਥੇ ਖੜਾ ਹੈ ਤੇ ਆਉਣ ਵਾਲੇ ਦਿਨ ਕੀ ਸੰਕੇਤ ਦਿੰਦੇ ਨੇ? ਦੇਖੋ, ਗੱਲ ਇਹ ਹੈ ਵੀ ਜੇ ਤਾਂ ਬੜੀ ਸਾਫ਼ ਜੀ ਗੱਲ ਕਰੀਏ, ਕਿਸਾਨਾਂ ਦੇ ਹੌਸਲੇ ਨੂੰ ਸਲਾਮ ਆ, ਪਰ ਹਰ ਇੱਕ ਦੇ ਮਨ ਦੇ ਵਿੱਚ ਇੱਕ ਦੁਬਿਧਾ ਜੀ ਆ ਵੀ ਇਸ ਮਸਲੇ ਦਾ ਹੱਲ ਕੀ ਨਿਕਲੂਗਾ ਤੇ ਹੱਲ ਹਾਲ ਦੀ ਘੜੀ ਨਿਕਲਦਾ ਦਿਖਾਈ ਦੇ ਨਹੀਂ ਰਿਹਾ। ਜੇ ਬੰਦੇ ਨੂੰ ਪਤਾ ਹੋਵੇ ਨਾ ਕਿ 3 ਮਹੀਨੇ ਬਾਅਦ ਹੱਲ ਨਿਕਲੇ ਆਉਣਾ, 6 ਮਹੀਨੇ ਬਾਅਦ ਹੱਲ ਨਿਕਲੇ ਆਉਣਾ, 6 ਹਫ਼ਤਿਆਂ ਬਾਅਦ ਹੱਲ ਨਿਕਲੇ ਆਉਣਾ, ਤਾਂ ਬੰਦਾ ਕੋਈ ਨਾ ਕੋਈ ਗੱਲ ਕਹਿ ਸਕਦਾ। ਪਰ ਇਸ ਵਕਤ ਕੋਈ ਵੀ ਗੱਲ ਕਹਿਣੀ ਮੇਰਾ ਖਿਆਲ ਆ ਵੀ ਇਹ ਬਿਨਾਂ ਤੱਥਾਂ ਤੋਂ, ਇਹ ਹਕੀਕਤ ਤੋਂ ਪਰੇ ਉਰੇ ਹੋਈ ਜਾਪੂਗੀ। ਪਰ ਇਹ ਲੱਗਦਾ ਜੀ ਕਿ ਜੇਕਰ ਕਿਸਾਨ ਅਡਿੱਗ ਰਹੇ, ਜੇਕਰ ਉੱਥੇ ਇਕੱਠ ਰਿਹਾ, ਜੇਕਰ ਬੀਜੇਪੀ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਵਕਤ ਪੈਂਦਾ ਹੀ ਰਿਹਾ ਤਾਂ ਉਹ ਝੁਕੂਗੀ, ਨਹੀਂ ਤਾਂ ਅੱਜ ਉਹ ਝੁਕਣ ਦੇ ਰੌਂ ਦੇ ਵਿੱਚ ਨਹੀਂ ਆ। ਪਿਛਲੇ ਦਿਨੀ ਇਹ ਵੀ ਜਾਣਕਾਰੀ ਮਿਲੀ ਸੀ ਅੰਦਰ ਖਾਤੇ ਵੀ ਕੇਂਦਰ ਦੀ ਸਰਕਾਰ 1.5 ਸਾਲ ਕਾਨੂੰਨ ਰੋਕਣ ਦੀ ਥਾਂ ਦੇ ਉੱਤੇ 3 ਸਾਲ ਦੇ ਉੱਤੇ ਸਹਿਮਤੀ ਪ੍ਰਗਟਾਉਣ ਲੱਗ ਪਈ ਆ। ਉਹਦੇ ਵੱਲੋਂ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਗਈ ਆ ਦਬਵੀਂ ਸੁਰ ਦੇ ਵਿੱਚ ਕੁਝ ਕੁ ਬੀਜੇਪੀ ਦੇ ਮੰਤਰੀਆਂ ਦੇ ਵੱਲੋਂ ਕਿ 3 ਸਾਲ ਦੇ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ ਤੇ ਜੇਕਰ ਕਿਸਾਨ ਇਸ ਗੱਲ ਦੇ ਉੱਤੇ ਵੀ ਅੜੇ ਰਹਿੰਦੇ ਆ ਕਿ ਅਸੀਂ ਤਾਂ ਜੀ ਖੇਤੀ ਕਾਨੂੰਨ ਰੱਦ ਹੀ ਕਰਵਾਉਣੇ ਆ, ਫਿਰ ਇਹ ਅੰਦੋਲਨ ਹੋਰ ਵੀ ਲੰਮਾ ਸਮਾਂ ਚੱਲ ਸਕਦਾ। ਪਰ ਬੀਜੇਪੀ ਨੂੰ ਪੰਜਾਬ ਦੇ ਵਿੱਚ ਬਹੁਤ ਵੱਡੀ ਚੁਣੌਤੀ ਆ। ਇਹ ਚੁਣੌਤੀ ਛੇਤੀ ਕਿਤੇ ਮੁੱਕਣੀ ਨਹੀਂ ਜਿੰਨੀ ਦੇਰ ਤੱਕ ਉਧਰ ਅੰਦੋਲਨ ਚੱਲਦਾ। ਇਹ ਅੰਦੋਲਨ ਦੇ ਕਰਕੇ ਪੰਜਾਬ ਦੇ ਵਿੱਚ ਚੁਣੌਤੀ ਨਹੀਂ ਮੁੱਕਣੀ। ਹੁਣ ਤੁਸੀਂ ਦੇਖੋ ਵੀ ਕੁਝ ਘੰਟਿਆਂ ਬਾਅਦ ਪੰਜਾਬ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ, ਭਲਕ ਨੂੰ ਹੋਣੀਆਂ 14 ਤਰੀਕ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 4-4:30 ਵਜੇ ਤੱਕ ਵੋਟਾਂ ਪੈਣੀਆਂ, 17 ਨੂੰ ਨਤੀਜੇ ਆਉਣਗੇ। ਪਰ ਜਿਸ ਦਿਨ ਵੋਟਾਂ ਦਾ ਪ੍ਰਚਾਰ ਖਤਮ ਹੋਇਆ ਚੋਣਾਂ ਦਾ, ਯਾਨੀ ਕਿ ਲੰਘੇ ਕੱਲ 12 ਤਰੀਕ ਨੂੰ, ਤੇ ਉਸ ਦਿਨ ਟਾਂਡੇ ਤੋਂ 3 ਬੀਜੇਪੀ ਦੇ ਉਮੀਦਵਾਰਾਂ ਨੇ ਪਾਰਟੀ ਵੀ ਛੱਡਤੀ ਤੇ ਉਹਨਾਂ ਨੇ ਉਮੀਦਵਾਰੀ ਵੀ ਛੱਡਤੀ ਕਿਉਂਕਿ ਸਵੇਰ ਦੇ ਵੇਲੇ ਕਿਸਾਨਾਂ ਨੇ 1 ਉਮੀਦਵਾਰ ਨੂੰ ਕੁੱਟਿਆ, ਉਸ ਤੋਂ ਬਾਅਦ 3 ਉਮੀਦਵਾਰਾਂ ਨੇ ਮੈਦਾਨ ਛੱਡਤਾ। ਸੋ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਤਾਂ ਨਹੀਂ ਕਿ ਅਸੀਂ ਆਪਦੇ ਸਾਥੀਆਂ ਦੇ ਉੱਤੇ, ਭੈਣ ਭਰਾਵਾਂ ਦੇ ਉੱਤੇ ਹਮਲਾ ਕਰੀਏ ਕਿਉਂਕਿ ਸਾਡੇ ਵਿਚਾਰਧਾਰਕ ਮਤਭੇਦ ਆ, ਅਸੀਂ ਉਹਨਾਂ ਨੂੰ ਕੁੱਟਣ ਦਾ ਹੱਕ ਤਾਂ ਨਹੀਂ ਰੱਖਦੇਗੇ ਵੀ ਕਿਸੇ ਨੂੰ ਫੜ ਕੇ ਅਸੀਂ ਝੰਬ ਦਈਏ, ਇਹ ਤਾਂ ਗਲਤ ਗੱਲ ਹੋਊਗੀ। ਪਰ ਬੀਜੇਪੀ ਨੂੰ ਇਹਨਾਂ ਸਾਰੀਆਂ ਘਟਨਾਵਾਂ ਤੋਂ ਕੁਝ ਸਿੱਖਣਾ ਚਾਹੀਦਾ ਵੀ ਲੋਕਾਂ ਦੇ ਮਨਾਂ ਵਿੱਚ ਰੋਸ ਕਿਹੋ ਜਿਹਾ। ਜੀ ਬਿਲਕੁਲ। ਸੋ ਲਗਾਤਾਰ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਵਿਚਕਾਰ ਜੋ ਇਹ ਖਿੱਚੋਤਾਈ ਚੱਲ ਰਹੀ ਹੈ ਖੇਤੀ ਕਾਨੂੰਨ ਨੂੰ ਲੈ ਕੇ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਤੀਜਾ ਨਿਕਲੇਗਾ, ਅੱਜ ਦੀ ਵਿਚਾਰ ਚਰਚਾ ਦੇ ਵਿੱਚ ਇੰਨਾ ਹੀ। ਫਿਰ ਰੂਬਰੂ ਹੋਵਾਂਗੇ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ। ਹੁਣ ਮੈਨੂੰ ਪਰਮਜੀਤ ਕੌਰ ਸੈਣੀ ਅਤੇ ਸੀਨੀਅਰ ਪੱਤਰਕਾਰ ਸੁਨ ਸਿੰਘ ਟੈਣ ਜੀ ਨੂੰ ਇਜਾਜ਼ਤ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ।
YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ।